ਇਹ ਕਰਦਾ ਹਾਂ ਕਿਉਂਕਿ ਉਹ ਆਦਰ ਤੇ ਮਹਿਮਾ ਦੀ ਯੋਗ ਹੈ। ਆਮੀਨ ਆਮੀਨ। ਸੋ ਪ੍ਰਭੂ ਯਿਸੂ ਮਸੀਹ ਇੱਕ ਸਥਾਨ ਤੋਂ ਦੀ ਜਾ ਰਹੇ ਸੀ और कुछ यहूदी लोग और कुछ होर लोग यीशु ਨੂੰ मिले और आखन लगे, प्रभु जी तू गुरु है, तू स्वामी है, तू बहुत वधिया सिक्ख्या देता है, लेकिन तेरे चेले जिहड़े आ वो हाथ धो के रोटी नहीं खाते। क्योंकि फरीसी और यहूदी जिहड़े सीगे ਉਹ ਆਪਣੇ ਧਰਮ ਦੇ ਵਿੱਚ ਬਹੁਤ ਪੱਕੇ ਸੀ ਔਰ ਉਹ ਕਹਿਣ ਲੱਗੇ ਯਿਸੂ ਨੂੰ, ਤੂੰ ਗੁਰੂ ਆ, ਤੂੰ ਸਵਾਮੀ ਆ, ਤੂੰ ਬਹੁਤ ਵਧੀਆ ਸਿੱਖਿਆ ਦਿੰਦਾ ਆ, ਪਰ ਤੇਰੇ ਚੇਲੇ ਜਿਹੜੇ ਆ ਉਹ ਹੱਥ ਧੋ ਕੇ ਰੋਟੀ ਨਹੀਂ ਖਾਂਦੇ। ਤੇ ਪ੍ਰਭੂ ਨੇ ਉਹਨਾਂ ਦੀਆਂ ਗੱਲਾਂ ਨੂੰ ਸੁਣ ਲਿਆ ਤੇ ਉਹਨਾਂ ਨੂੰ ਉੱਤਰ ਦਿੱਤਾ। और ਜਿਹੜੇ ਲੋਕ ਬਾਈਬਲ ਪੜ੍ਹਨ ਵਾਲੇ ਉਹਨਾਂ ਨੂੰ ਤਾਂ ਪਤਾ ਆ ਕਿ ਪਰਮੇਸ਼ਵਰ ਜਿਹੜਾ ਆ ਉਹ ਬਾਹਰੋਂ ਨਹੀਂ ਅੰਦਰੋਂ ਵੇਖਦਾ ਆ। ਆਮੀਨ। ਪਰਮੇਸ਼ਵਰ ਬਾਹਰੋਂ ਨਹੀਂ ਸਾਨੂੰ ਕੀ ਦੇਖਦਾ, ਸਾਨੂੰ ਅੰਦਰੋਂ ਦੇਖਦਾ। ਉਹ ਸਾਡੇ ਸੋਹਣੇ ਕੱਪੜਿਆਂ ਨੂੰ ਨਹੀਂ ਦੇਖਦਾ, ਉਹ ਸਾਡੇ ਚਿੱਟੇ ਚਮੜੇ ਨੂੰ ਨਹੀਂ ਦੇਖਦਾ, ਉਹ ਸਾਡੇ ਦਿਲ ਨੂੰ ਦੇਖਦਾ ਹੈ। ਤੁਹਾਡੇ ਕੋਲ ਸੋਹਣੇ ਵਸਤਰ ਹੋਣ ਨਾ ਹੋਣ, ਤੁਹਾਡੇ ਕੋਲ ਸੋਹਣੀ ਸ਼ਕਲ ਹੋਵੇ ਜਾਂ ਨਾ ਹੋਵੇ, ਉਹਦਾ ਕੋਈ ਫਰਕ ਨਹੀਂ ਪੈਂਦਾ। ਪਰਮੇਸ਼ਵਰ ਤੁਹਾਡੇ ਦਿਲ ਨੂੰ ਦੇਖਦਾ ਹੈ। ਪਰਮੇਸ਼ਵਰ ਨੂੰ ਇੱਕ ਸੋਹਣਾ ਤੇ ਖੂਬਸੂਰਤ ਦਿਲ ਚਾਹੀਦਾ ਹੈ, ਪਵਿੱਤਰ ਮਨ ਵਾਲੇ ਲੋਕ ਚਾਹੀਦੇ ਉਹਨੂੰ। ਸੋ ਆਪਾਂ ਇੱਕ ਦੋ ਵਚਨ ਅੱਜ ਦੇ ਚਿੰਤਾ ਦੇ ਲਈ ਥੋੜਾ ਧਿਆਨ ਕਰਾਂਗੇ। ਮਰਕਸ ਦੀ ਇੰਜੀਲ ਉਹਦਾ 7 ਅਧਿਆਏ ਉਹਦਾ ਆਪਾਂ 14, 15 और 16 वचन थोड़ा देख लीजिए। और इस स्थान के उत्ते प्रभु ने कुछ इस तरह उन्होंने नाल गल की। 7 अध्याय 14, 15, 16। उसने लोकां नूं फिर कोल सद के उन्हां नूं आख्या, उसने लोकां नूं कोल सद के कुछ आख्या। देखो ये गल थोड़ी समझण वाली है। यहूदी और फरीसी जिहड़े सीगे ਉਹ ਕੇਵਲ ਹੱਥ ਧੋਣ ਦੀ ਰਸਮ ਨੂੰ ਜਾਣਦੇ ਆ, ਚਿੱਟੇ ਵਸਤਰ ਪਾਉਣਾ ਜਾਣਦੇ ਆ, ਸਿਰ ਦੇ ਉੱਤੇ ਇਮਾਮ ਰੱਖਣਾ ਜਾਣਦੇ ਆ, ਔਰ ਉਹ ਕੁਝ ਯਹੂਦੀ ਧਰਮ ਦੀਆਂ ਰੀਤ ਰਿਵਾਜਾਂ ਨੂੰ ਕਰਨਾ ਬਹੁਤ ਵਧੀਆ ਢੰਗ ਦੇ ਨਾਲ ਜਾਣਦੇ ਆ। ਔਰ ਉਹ ਇੱਕ ਬੋਧਕ ਸੀਗੇ ਔਰ ਉਹਨਾਂ ਨੇ ਇਸ ਗੱਲ ਦੇ ਉੱਤੇ ਯਿਸੂ ਦੇ ਉੱਤੇ ਟਿੱਪਣੀ ਕੀਤੀ ਤੇ ਯਿਸੂ ਨੇ ਉਸ ਭੀੜ ਨੂੰ ਤੇ ਉਹਨਾਂ ਲੋਕਾਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਆਖਿਆ ਕਿ ਤੁਸੀਂ ਸਭ ਦੇ ਸਭ ਮੇਰੀ ਸੁਣੋ ਅਤੇ ਸਮਝੋ। ਹਾਂਜੀ ਪੜ੍ਹੀਏ ਅੱਗੇ ਜਰਾ। ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਿਹੜੀ ਮਨੁੱਖ ਦੇ ਬਾਹਰੋਂ ਉਹਦੇ ਅੰਦਰੋਂ ਜਾ ਕੇ ਉਹਨੂੰ ਭ੍ਰਿਸ਼ਟ ਕਰ ਸਕੇ। ਯਿਸੂ ਨੇ ਉਹਨਾਂ ਨੂੰ ਆਖਿਆ ਇਹੋ ਜਿਹੀ ਕੋਈ ਵਸਤੂ ਨਹੀਂ ਹੈ ਦੁਨੀਆ ਤੇ, ਜਾਂ ਇਹੋ ਜਿਹੀ ਕੋਈ ਚੀਜ਼ ਹੀ ਹੈ ਨਹੀਂ ਗੀ ਜਿਹੜੀ ਬਾਹਰੋਂ ਅੰਦਰ ਜਾ ਕੇ ਤੁਹਾਨੂੰ ਭ੍ਰਿਸ਼ਟ ਕਰੇ। ਹੱਥ ਧੋਣ ਨਾਲ, ਨਾ ਧੋਣ ਨਾਲ, ਕੱਪੜੇ ਸੋਹਣੇ ਪਾਉਣ ਨਾਲ, ਨਾ ਪਾਉਣ ਨਾਲ, ਤੁਹਾਡਾ ਚਿਹਰਾ ਸੁੰਦਰ ਹੋਣ ਜਾਂ ਨਾ ਹੋਣ ਦੇ ਨਾਲ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜਾਂ ਤੁਸੀਂ ਨਾਟੇ ਆ ਜਾਂ ਤੁਸੀਂ ਉੱਚੇ ਆ, ਉਹਦੇ ਨਾਲ ਪਰਮੇਸ਼ਵਰ ਨੂੰ ਕੋਈ ਫਰਕ ਨਹੀਂ ਪੈਂਦਾ। ਖੁਦਾ ਦਾ ਕਲਾਮ ਕਿਸ ਤਰ੍ਹਾਂ ਦੱਸਦਾ ਆ, ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਿਹੜੀ ਮਨੁੱਖ ਦੇ ਬਾਹਰੋਂ ਉਹਦੇ ਅੰਦਰ ਜਾ ਕੇ ਉਹਨੂੰ ਭ੍ਰਿਸ਼ਟ ਕਰੇ। ਯੈਸ ਆਮੀਨ ਹਾਲੇਲੂਇਆ। ਇਹੋ ਜਿਹੀ ਕੋਈ ਵਸਤੂ ਨਹੀਂ ਆ ਕਿ ਜਿਹੜੀ ਬਾਹਰੋਂ ਅੰਦਰ ਜਾ ਕੇ ਸਾਨੂੰ ਭ੍ਰਿਸ਼ਟ ਕਰੇ। ਪਰ ਅਗਲਾ ਲਫ਼ਜ਼ ਬਹੁਤ ਇੰਪੋਰਟੈਂਟ ਆ। ਹਾਂਜੀ। ਪਰ ਜਿਹੜੀਆਂ ਚੀਜ਼ਾਂ ਉਹਦੇ ਅੰਦਰੋਂ ਨਿਕਲਦੀਆਂ ਹਨ, ਜੋ ਕੁਝ ਮਨੁੱਖ ਦੇ ਅੰਦਰੋਂ ਨਿਕਲਦਾ ਹੈ। ਪਰ ਤੁਸੀਂ ਆਪ ਸੋਚ ਲਓ ਕਿ ਤੁਹਾਡੇ ਅੰਦਰੋਂ ਕੀ ਨਿਕਲਦਾ ਹੈ। ਜੋ ਕੁਝ ਮਨੁੱਖ ਦੇ ਅੰਦਰੋਂ ਨਿਕਲਦਾ ਆ ਸੋ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ। ਹੱਥ ਧੋਣਾ ਨਾ ਧੋਣਾ ਉਹ ਭ੍ਰਿਸ਼ਟ ਨਹੀਂ ਕਰਦਾ। ਕੱਪੜੇ ਮੈਲੇ ਹੋਣੇ ਤੁਹਾਨੂੰ ਭ੍ਰਿਸ਼ਟ ਨਹੀਂ ਕਰਦੇ।
ਲੇਕਿਨ ਜੋ ਕੁਝ ਮਨੁੱਖ ਦੇ ਅੰਦਰੋਂ ਨਿਕਲਦਾ ਆ ਸੋ ਸਾਨੂੰ ਕੀ ਕਰਦਾ ਜੀ? ਭ੍ਰਿਸ਼ਟ ਕਰਦਾ ਹੈ। ਔਰ ਉਸਨੇ ਯਹੂਦੀਆਂ ਨੂੰ, ਫਰੀਸੀਆਂ ਨੂੰ, ਫੱਕੀਆਂ ਨੂੰ ਦੱਸ ਦਿੱਤਾ, ਤੁਸੀਂ ਬਹੁਤ ਭਗਤੀ ਕਰਨ ਵਾਲੇ ਲੋਕ ਆ, ਤੁਸੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਇਮਾਮ ਪਾਉਣ ਵਾਲੇ ਲੋਕ ਆ, ਤੁਸੀਂ ਚਿੱਟੇ ਵਸਤਰ ਪਾਉਣ ਵਾਲੇ ਆ, ਔਰ ਤੁਸੀਂ ਮਿੱਟੀ ਨਹੀਂ ਲੱਗਣ ਦਿੰਦੇ ਆਪਣੇ ਵਸਤਰਾਂ ਨੂੰ, ਤੁਸੀਂ ਹੱਥ ਧੋਣ ਤੇ, ਖਾਣ ਤੇ, ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਇਹੋ ਜਿਹਾ ਧਿਆਨ ਕਰਦੇ ਹੋ, ਪਰ ਕੋਈ ਵੀ ਵਸਤੂ ਜਿਹੜੀ ਆ ਬਾਹਰੋਂ ਮਨੁੱਖ ਦੇ ਅੰਦਰ ਜਾ ਕੇ ਉਹਨੂੰ ਭ੍ਰਿਸ਼ਟ ਨਹੀਂ ਕਰਦੀ, ਪਰ ਜੋ ਕੁਝ ਮਨੁੱਖ ਦੇ ਅੰਦਰੋਂ ਨਿਕਲਦਾ ਆ ਸੋ ਉਹਨੂੰ ਭ੍ਰਿਸ਼ਟ ਕਰਦਾ ਹੈ। ਜਿਵੇਂ ਕਿ ਬੁਰੇ ਵਿਚਾਰ, ਗੰਦੀਆਂ ਗੱਲਾਂ, ਔਰ ਜਦ ਸਾਡੇ ਅੰਦਰੋਂ ਬੁਰੇ ਵਿਚਾਰ ਨਿਕਲਦੇ ਆ, ਬੁਰੀਆਂ ਗੱਲਾਂ ਨਿਕਲਦੀਆਂ ਆ, ਉਹ ਸਾਨੂੰ ਭ੍ਰਿਸ਼ਟ ਕਰਦੀਆਂ। ਆਦਮੀ ਬੈਠਾ ਇੱਥੇ ਹੁੰਦਾ ਆ ਤੇ ਪਹੁੰਚ ਠੇਕੇ ਜਾਂਦਾ ਹੈ, ਆਦਮੀ ਬੈਠਾ ਆਪਣੇ ਅਸਥਾਨ ਤੇ ਹੁੰਦਾ ਆ ਪਰ ਦੂਸਰਿਆਂ ਦੇ ਪ੍ਰਤੀ ਨਿੰਦਿਆ, ਬੁਰਾਈ, ਚੁਗਲੀ, ਪਤਾ ਨਹੀਂ ਕੀ ਉਹ ਸੋਚਦਾ ਰਹਿੰਦਾ ਆ, ਕੀ ਕੁਫਰ ਬਕਦਾ ਰਹਿੰਦਾ ਆ। ਮੇਰੇ ਅਜ਼ੀਜ਼ੋ, ਕੋਈ ਵੀ ਬਾਹਰੋਂ ਚੀਜ਼ ਜਾ ਕੇ ਤੁਹਾਨੂੰ ਭ੍ਰਿਸ਼ਟ ਨਹੀਂ ਕਰਦੀ, ਪਰ ਜੋ ਕੁਝ ਤੁਹਾਡੇ ਅੰਦਰੋਂ ਨਿਕਲਦਾ ਆ ਉਹ ਤੁਹਾਨੂੰ ਭ੍ਰਿਸ਼ਟ ਕਰਦਾ ਆ, ਕਿਉਂਕਿ ਤੁਸੀਂ ਸੰਸਾਰ ਦੇ ਪ੍ਰਤੀ ਬਹੁਤ ਸੋਚ ਰਹੇ ਹੋ, ਦੁਨੀਆ ਦੇ ਪ੍ਰਤੀ ਤੁਸੀਂ ਬਹੁਤ ਸੋਚ ਰਹੇ ਹੋ। ਔਰ ਯਿਸੂ ਨੇ ਯਹੂਦੀਆਂ ਨੂੰ ਔਰ ਫਰੀਸੀਆਂ ਨੂੰ, ਫੱਕੀਆਂ ਨੂੰ ਕੁਝ ਇਸ ਤਰ੍ਹਾਂ ਦਾ ਸੰਦੇਸ਼ ਦੇ ਕੇ ਉਹਨਾਂ ਨੂੰ ਦੱਸਿਆ, ਔਰ ਉਹ ਲੋਕ ਸਭ ਚਕਿਤ ਰਹਿ ਗਏ, ਹੈਰਾਨ ਰਹਿ ਗਏ ਇਹਨਾਂ ਗੱਲਾਂ ਨੂੰ ਸੁਣ ਕੇ। ਹਾਂਜੀ, ਅੱਗੇ ਥੋੜਾ ਲਫ਼ਜ਼ ਦੇਖ ਲਈਏ। ओके, सो मत्ती की इंजील 15 अध्याय और 18वां वचन थोड़ा देख लीजिए, 18, 19 ਤੇ 20। ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ ਉਹ ਦਿਲ ਵਿੱਚੋਂ ਆਉਂਦੀਆਂ ਹਨ। ਜਿਹੜੀਆਂ ਗੱਲਾਂ ਸਾਡੇ ਮੂੰਹੋਂ ਨਿਕਲਦੀਆਂ ਹਨ ਉਹ ਕਿੱਥੋਂ ਪੈਦਾ ਹੁੰਦੀਆਂ ਜੀ? ਦਿਲ ਵਿੱਚੋਂ। ਦਿਲ ਵਿੱਚੋਂ। ਬੁਰੇ ਖਿਆਲ ਕਿੱਥੋਂ ਪੈਦਾ ਹੁੰਦੇ ਆ? ਦਿਲ ਵਿੱਚੋਂ। ਬੁਰੀਆਂ ਗੱਲਾਂ ਕਿੱਥੋਂ ਪੈਦਾ ਹੁੰਦੀਆਂ ਆ? ਦਿਲ ਵਿੱਚੋਂ। ਔਰ ਯਿਸੂ ਨੇ ਉਹਨਾਂ ਨੂੰ ਠੀਕ ਰੀਤੀ ਦੇ ਨਾਲ ਉੱਤਰ ਦਿੱਤਾ, ਔਰ ਯਿਸੂ ਨੇ ਉਹਨਾਂ ਨੂੰ ਆਖਿਆ, ਇਹਨਾਂ ਸਫੇਦੀ ਫੇਰੀਆਂ ਹੋਈਆਂ ਕਬਰਾਂ ਨੂੰ ਨਾ ਵੇਖੋ, ਪਰ ਅੰਦਰ ਉਹਨਾਂ ਦੇ ਹੱਡੀਆਂ ਦਾ ਢੇਰ ਆ। ਉਹਨਾਂ ਦੇ ਸਫੇਦ ਵਸਤਰਾਂ ਨੂੰ ਨਾ ਦੇਖੋ, ਉਹਨਾਂ ਦੀ ਇਮਾਮ ਨੂੰ ਨਾ ਦੇਖੋ, ਉਹਨਾਂ ਦੇ ਹੱਥ ਧੋਣ ਨੂੰ ਨਾ ਦੇਖੋ। ਕਿ ਜਦ ਤੁਸੀਂ ਕਬਰਸਤਾਨ ਦੇ ਵਿੱਚ ਜਾਂਦੇ ਹੋ ਤੇ ਉੱਥੇ ਬਹੁਤ ਵਧੀਆ ਵਧੀਆ ਕਬਰਾਂ ਬਣੀਆਂ ਆ, ਉਹਨਾਂ ਨੂੰ ਸਫੇਦੀ ਮਾਰੀ ਹੋਈ ਆ, ਪਰ ਅੰਦਰ ਉਹਨਾਂ ਦੇ ਕੀ ਆ? ਹੱਡੀਆਂ ਦਾ ਢੇਰ। ਸੋ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਔਰ ਉਹਨਾਂ ਦੇ ਅੰਦਰੋਂ ਸੜਾਂ ਨੂੰ। ਮਨੁੱਖ ਦੇ ਬਾਹਰੋਂ ਕੋਈ ਵੀ ਚੀਜ਼ ਉਹਦੇ ਅੰਦਰ ਜਾ ਕੇ ਉਹਨੂੰ ਭ੍ਰਿਸ਼ਟ ਨਹੀਂ ਕਰਦੀ, ਪਰ ਜੋ ਕੁਝ ਮਨੁੱਖ ਦੇ ਅੰਦਰੋਂ ਨਿਕਲਦਾ ਆ ਸੋ ਉਹਨੂੰ ਕੀ ਕਰਦਾ ਆ ਮੇਰੇ ਅਜ਼ੀਜ਼ੋ? ਭ੍ਰਿਸ਼ਟ ਕਰਦਾ ਆ। ਸੋ ਆਪਾਂ 18ਵਾਂ ਵਚਨ ਥੋੜਾ ਫੇਰ ਰਿਮੈਂਬਰ ਕਰ ਲਈਏ। ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ, ਜਿਹੜੀਆਂ ਮਨੁੱਖ ਦੇ ਮੂੰਹ ਦੇ ਵਿੱਚੋਂ ਗੱਲਾਂ ਨਿਕਲਦੀਆਂ ਹਨ ਉਹ ਦਿਲ ਵਿੱਚੋਂ ਆਉਂਦੀਆਂ ਹਨ। ਉਹ ਦਿਲ ਵਿੱਚੋਂ। ਖਾਣ ਪੀਣ ਨਾਲ ਬੰਦਾ ਭ੍ਰਿਸ਼ਟ ਨਹੀਂ ਹੁੰਦਾ, ਹੱਥ ਧੋਤੇ ਜਾਂ ਨਾ ਧੋਤੇ ਇਹਦੇ ਨਾਲ ਭ੍ਰਿਸ਼ਟ ਨਹੀਂ ਹੁੰਦਾ। ਇਹਦਾ ਕੋਈ ਮਾਇਨਾ ਨਹੀਂ ਰੱਖਦਾ ਕਿ ਤੁਸੀਂ ਅੰਦਰ ਆਏ ਹੋ, ਨਹਾ ਕੇ ਆਏ ਹੋ ਜਾਂ ਤੁਸੀਂ ਕੱਪੜੇ ਬਦਲ ਕੇ ਆਏ ਹੋ, ਇਹਦਾ ਕੋਈ ਮਾਇਨਾ ਨਹੀਂ ਰੱਖਦਾ। ਤੇ ਯਿਸੂ ਮਸੀਹ ਨੇ ਉਹਨਾਂ ਨੂੰ ਇਸ ਗੱਲ ਦਾ ਉੱਤਰ ਦਿੱਤਾ। ਉਹ ਤੋਂ ਅਗਲਾ ਲਫ਼ਜ਼ ਥੋੜਾ ਦੇਖ ਲਈਏ। ਅਤੇ ਇਹੋ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਇਹੋ ਹੀ ਮਨੁੱਖ ਨੂੰ ਕੀ ਕਰਦਾ ਜੀ? ਭ੍ਰਿਸ਼ਟ ਕਰਦਾ। ਕਿਉਂਕਿ ਬੁਰੇ ਖਿਆਲ ਇਸ ਗੱਲ ਦੇ ਉੱਤੇ ਥੋੜਾ ਧਿਆਨ ਕਰ ਲਿਓ। ਇਨਸਾਨ ਦੇ ਅੰਦਰ ਪਲ ਪਲ ਦੇ ਉੱਤੇ ਬੁਰੇ ਖਿਆਲ, ਬੁਰੀਆਂ ਗੱਲਾਂ ਜਨਮ ਲੈਂਦੀਆਂ ਨੇ। ਦੂਸਰਿਆਂ ਦੇ ਪ੍ਰਤੀ ਅਸੀਂ ਪਤਾ ਨਹੀਂ ਕੀ ਸੋਚ ਵਿਚਾਰ ਕਰਦੇ ਰਹਿੰਦੇ ਹਾਂ। ਹੈਗੇ ਤਾਂ ਅਸੀਂ ਆਪਣੇ ਆਪ ਨੂੰ ਭਗਤੀ ਕਰਨ ਵਾਲੇ ਦੱਸਦੇ, ਹੈਗੇ ਤਾਂ ਅਸੀਂ ਆਪਣੇ ਆਪ ਨੂੰ ਦੱਸਦੇ ਕਿ ਮੈਂ ਪਰਮੇਸ਼ਵਰ ਦਾ ਜਾਣਿਆ,
मैं परमेश्वर की बेटी हाँ, या कह सकते हैं कि मैं परमेश्वर का बेटा हाँ। अंदर की भरिया होया तुहाडे? बुरे विचार, बुरियां गल्लां, तुहाडी भक्ति तुहानूं भ्रष्ट नहीं कर रही, तुहाडा सिमरन तुहानूं भ्रष्ट नहीं कर रहा, पर जो कुछ मनुख दे अंदरों निकलदा आ सो उहनूं भ्रष्ट कर रहा है। इसलिए मेरे अजीजों, थोड़ा जा अपने आप दे उत्ते ध्यान कर लो, है ना? थोड़ा जा अपने आप के उत्ते थोड़ा विचार करके देख लो, और जे तुसी आज विचार कर लोगे ते इन्हां सारियां बुराइयां तो बच जाओगे। ते यीशु ने साफ साफ उन्होंने ये गल्लां दसियां, क्योंकि जो कुछ मनुख दे अंदरों निकलदा आ सो ही उहनूं भ्रष्ट करदा आ। तो अगे थोड़ा देख लीजिए। खून जनाकारियां, खून जनाकारी, देखिए इस लफ्ज के उत्ते थोड़ा ध्यान करो। अंदरों की निकलदा खून और जनाकारी। बैठे असी सत्संग दे विच हुंदे आ, बैठे असी इबादत दे विच हुंदे आ, पर साडा दिल किते होर हुंदा, दिमाग किते हुंदा, विचार किते हुंदे चलदे, और साडे दिमाग दे अंदर बुरियां ते गंदियां गल्लां चल रहीआं हुंदियां, किसे नूं मार देण दे प्रति हुंदा, है ना? मैं पिछले दिनां च एक गल सुन रहा सीगा किसे तो, और वो कह रहा जे अज इस संगत दे विच ना हुंदा, है ना, या इत्थे रब दी हजूरी दे विच ना हुंदा, ते मैं इहनूं छड्डना नहीं सी, मैं इहनूं देना ही मार सका। देखिए बैठे कित्थे आ तुसीं? प्रभु दे चरनां दे विच कर तुसीं प्रभु दी वडियाई रहे आ, पर अंदर की भरिया होया तुहाडे? बुरे विचार, बुरियां गल्लां। हां जी, और ਜਿਹੜੀਆਂ बुरियां गल्लां, बुरे विचार तुहाडे अंदर भरे होए आ, तुहाडी भगती नूं उसने नष्ट कर दित्ता है। बुरियां गल्लां ने, बुरे विचारां ने तुहाडी भगती नूं नष्ट कर दित्ता है, खत्म कर दित्ता तुहाडू। और जब तुसीं सिमरन करदे आ ते तुहाडे पाए हुए वस्त्र भी पवित्र हो जाते हैं। इस गल नूं थोड़ा ध्यान कर लियो कि जब तुसी भगती दे विच लीन हो जाते आ, तुसी फास्टिंग करते आ, तुसी प्रेयर करते आ, तुसी परमेश्वर के हुक्म नूं मनदे आ, और जब तुसी ये सब कुछ करते आ ते तुहाडे पाए हुए वस्त्र भी जिहड़े आ अनॉइंटेड हो जाते हैं। आमीन। और तुहाडे सिर दे वाल भी जिहड़े आ अनॉइंटेड हो जाते हैं। यस। तुहाडी जुबान भी जिहड़ी अनॉइंटेड हो जाती है। यस। तुहाडे बुੱਲ भी जिहड़े अनॉइंटेड हो जाते हैं। देखो सिमरन करन दे नाल तुहाडे बुੱਲ, तुहाडी जुबान, तुहाडा शरीर, तुहाडे वस्त्र और सिर दे बाल तक भी अनॉइंटेड हो जाते हैं। यस। आमीन। हालेलुया। पर भ्रष्ट किद्दां होने तुसीं? जब तुहाडे अंदर बुरे विचार उत्पन्न होते हैं, जिहड़े आए हुए विचार तुहाडे अंदर आ उन्हां नूं बाहर कर दिओ। ਜਿਹੜੀਆਂ ਆਈਆਂ ਹੋਈਆਂ बुरियां गल्लां आ उन्हां नूं हुक्म करो कि ਉਹ ਤੁਹਾਡੇ शरीर ਦੇ ਵਿੱਚੋਂ ਬਾਹਰ ਚਲੀਆਂ ਜਾਣ, ਤਾਂ ਜੋ ਤੁਹਾਡੀ ਜ਼ੁਬਾਨ ਵੀ ਪਵਿੱਤਰ ਰਹੇ और ਤੁਹਾਡੇ ਬੁੱਲ ਵੀ ਪਵਿੱਤਰ ਰਹਿਣ, ਤੁਹਾਡਾ ਸੋਚਣਾ ਸਮਝਣਾ ਤੇ ਪਰਮੇਸ਼ਵਰ ਦੀ ਵਡਿਆਈ ਕਰਨਾ ਵੀ ਪਵਿੱਤਰ ਰਹੇ। खुदा ਦੀ ਹਜ਼ੂਰੀ ਦੇ ਵਿੱਚ ਝੁਕਣਾ, खुदा ਦੀ ਵਡਿਆਈ ਕਰਨਾ, ਇਹ ਸਾਡੇ ਲਈ ਬਹੁਤ श्रेष्ठ गल है। इत्थे लिखिया आ क्योंकि बुरे ख्याल, खून, जनाकारी, हरामकारी, चोरियां, झूठियां गवाहियां कुफर दिल विचों निकलदे हैं। इहो गल्लां अजी पढ़ोगे, ਇਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। इहो ही गल्लां हन ਜਿਹੜੀਆਂ मनुख नूं भ्रष्ट करदियां हैं। सो जो कुछ मनुख दे अंदरों निकलदा आ सो ही उसनूं की कर दिंदा जी? भ्रष्ट कर दिंदा आ। सो ਆਪਾਂ मरकुस दी अंजील 7 अध्याय ਉਹਦਾ 20 वचन थोड़ा देख लईए, ਉਹ ਸਾਡੇ ਲਈ ਇੱਕ ਬਹੁਤ ਆਸ਼ੀਸ਼ ਦਾ ਕਾਰਨ ਬਣੇਗਾ। ਫਿਰ ਉਹਨੇ ਆਖਿਆ ਜੋ ਮਨੁੱਖ ਦੇ ਅੰਦਰੋਂ ਨਿਕਲਦਾ ਹੈ ਸੋ ਹੀ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ। जो कुछ मनुख दे अंदरों निकलदा है सो ही मनुख नूं भ्रष्ट करदा है। 21
ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖਿਆਲ, ਹਰਾਮਕਾਰੀਆਂ, ਚੋਰੀਆਂ, ਖੂਨ, ਜਨਾਹਕਾਰੀਆਂ, ਲੋਭ, ਬਦੀਆਂ, ਛਲ, ਮਸਤੀ, ਬੁਰੀ ਨਜ਼ਰ, ਕੁਫਰ, ਹੰਕਾਰ, ਮੂਰਖਤਾਈ ਨਿਕਲਦੀ ਹੈ। 23 ਵਚਨ ਵੀ ਪੜ੍ਹ ਦਿਓ। ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿਕਲਦੀਆਂ। ਇਹ ਸਾਰੀਆਂ ਬੁਰੀਆਂ ਗੱਲਾਂ ਮਨੁੱਖ ਦੇ ਅੰਦਰੋਂ ਨਿਕਲਦੀਆਂ। ਹਾਂਜੀ, ਜਿਵੇਂ ਜ਼ਮੀਨ ਦੇ ਵਿੱਚੋਂ ਘਾਹ ਫੂਸ ਪੈਦਾ ਹੋ ਜਾਂਦਾ ਹੈ, ਇਸੇ ਤਰ੍ਹਾਂ ਮਨੁੱਖ ਦੇ ਦਿਲ ਦੇ ਵਿੱਚੋਂ ਬੁਰੇ ਵਿਚਾਰ ਤੇ ਬੁਰੀਆਂ ਗੱਲਾਂ ਉਤਪੰਨ ਹੋ ਜਾਂਦੀਆਂ ਆ। ਘਾਹ ਫੂਸ ਨੂੰ ਕੋਈ ਵੀ ਸਜਾ ਕੇ ਆਪਣੇ ਘਰ 'ਚ ਨਹੀਂ ਰੱਖਦਾ ਜਾਂ ਆਪਣੀ ਕੋਠੜੀ ਦੇ ਵਿੱਚ ਨਹੀਂ ਰੱਖਦਾ। ਉਹ ਫੂਕਣ ਦੇ ਲਈ ਆ, ਜਲਾਉਣ ਦੇ ਲਈ ਆ। ਤੇ ਜੇ ਤੁਹਾਡੇ ਅੰਦਰ ਬੁਰੇ ਵਿਚਾਰ, ਬੁਰੀਆਂ ਗੱਲਾਂ ਨਿਕਲ ਰਹੀਆਂ ਹੈ ਤੇ ਤੁਸੀਂ ਆਪਣੇ ਆਪ ਨੂੰ ਕੋਈ ਜਾਣ ਦੇ ਦਿਨ ਲਈ ਤਿਆਰ ਕਰ ਰਹੇ ਹੋ। ਇੱਕ ਵਾਰ ਫਿਰ ਉਹਦਾ 23ਵਾਂ ਵਚਨ ਥੋੜਾ ਦੇਖ ਲਈਏ। ਇਹ ਸਾਰੀਆਂ ਬੁਰਾਈਆਂ, ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿਕਲਦੀਆਂ। ਇਹ ਸਾਰੀਆਂ ਬੁਰੀਆਂ ਗੱਲਾਂ ਤੁਹਾਡੇ ਅੰਦਰੋਂ ਨਿਕਲਦੀਆਂ ਹਨ ਅਤੇ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਮਨੁੱਖ ਨੂੰ ਭ੍ਰਿਸ਼ਟ ਕਰਦੀਆਂ। ਇਹ ਸਾਰੀਆਂ ਬੁਰੀਆਂ ਗੱਲਾਂ ਤੁਹਾਡੇ ਅੰਦਰੋਂ ਨਿਕਲਦੀਆਂ ਆ ਤੇ ਮਨੁੱਖ ਨੂੰ ਕੀ ਕਰਦੀਆਂ ਜੀ? ਭ੍ਰਿਸ਼ਟ ਕਰਦੀਆਂ ਆ। ਸੋ ਆਪਾਂ ਇੱਕ ਗੱਲ ਆਪਾਂ ਥੋੜਾ ਜਿਹਾ ਅੱਜ ਕਿੰਨਾ ਜ਼ਬੂਰ ਪੜਿਆ ਆਪਾਂ? 12। ਤੇ ਆਪਾਂ ਥੋੜਾ 12ਵੇਂ ਜ਼ਬੂਰ ਦੇ ਵਿੱਚ ਆ ਜਾਈਏ। ਥੋੜਾ ਜਿਹਾ ਇੱਕ ਗੱਲ ਨੂੰ ਵੇਖ ਲਈਏ, ਇੱਕ ਦੋ ਨੂੰ, ਔਰ ਸਾਡੇ ਵੀ ਇੱਕ ਆਸ਼ੀਸ਼ ਦਾ ਕਾਰਨ ਹੋਵੇਗਾ। ਪਰਮੇਸ਼ਵਰ ਦੇਖੋ ਕੀ ਕਹਿ ਰਿਹਾ ਆ। ਉਹਦਾ ਤੁਸੀਂ ਪਹਿਲਾ ਵਚਨ ਥੋੜਾ ਦੇਖ ਲਓ। हे यहोवा बचा ले। ਔਰ ਇਸ ਸਥਾਨ ਦੇ ਉੱਤੇ ਦਾਊਦ ਨੇ ਪਰਮੇਸ਼ਵਰ ਦੇ ਅੱਗੇ ਗੁਹਾਰ ਲਾਈ, हे यहोवा बचा ला। ਕਿਉਂਕਿ ਦਾਊਦ ਪਹਿਲਾਂ ਕਹਿ ਚੁੱਕਾ ਆ, ਮੈਂ ਇਸ ਪਾਪ ਦੀ ਦੁਨੀਆ ਦੇ ਵਿੱਚ ਪੈਦਾ ਹੋਇਆ, ਮੈਂ ਪਾਪ ਦੇ ਸੰਸਾਰ ਦੇ ਵਿੱਚ ਪੈਦਾ ਹੋਇਆ, ਹੀ ਪਰਮੇਸ਼ਵਰ ਬਚਾ ਲੈ। ਇੱਕ ਪ੍ਰੇਅਰ ਉਹਨੇ ਕੀਤੀ ਆ ਤੇ ਸਾਨੂੰ ਅੱਜ ਇੱਕ ਪ੍ਰਾਰਥਨਾ ਕਰਨ ਦੀ ਲੋੜ ਆ। ਪਰਮੇਸ਼ਵਰ ਸਾਨੂੰ ਬਚਾ ਲਾ ਇਹਨਾਂ ਬੁਰੀਆਂ ਗੱਲਾਂ ਤੋਂ। ਔਰ ਦਾਊਦ ਨੇ ਨਾਲ ਇੱਕ ਗੱਲ ਹੋਰ ਕਹਿਤੀ ਆ, ਪਰਮੇਸ਼ਵਰ ਮੇਰੇ ਅੰਦਰ ਇੱਕ ਖਰਾ ਮਨ ਉਤਪੰਨ ਕਰ। ਦੂਸਰੀ ਗੱਲ ਦੁਆ ਕਰਕੇ ਉਹਨੇ ਕਿਹਾ, ਪਰਮੇਸ਼ਵਰ ਮੇਰੇ ਅੰਦਰ ਇੱਕ ਖਰਾ ਮਨ ਉਤਪੰਨ ਕਰ। ਸੋ ਆਪਾਂ ਕਹਿ ਸਕਦੇ ਹਾਂ ਖੁਦਾ ਨੂੰ ਕਿ ਪਰਮੇਸ਼ਵਰ ਮੇਰੇ ਅੰਦਰ ਇੱਕ ਖਰਾ ਮਨ ਉਤਪੰਨ ਕਰ। ਤੇ ਇੱਥੇ ਕੀ ਕਹਿ ਰਿਹਾ ਆ? हे यहोवा बचा ले। ਅੱਗੇ ਪੜੋ। ਕਿਉਂ ਜੋ ਭਗਤ ਮੁੱਕ ਗਏ ਹਨ। ਕਿਉਂ ਜੋ ਭਗਤ ਮੁੱਕ ਗਏ ਹਨ। ਤੁਸੀਂ ਦੱਸਦੇ ਹੋ ਆਪਣੇ ਆਪ ਨੂੰ ਮੈਂ ਭਗਤ ਹਾਂ, ਤੁਸੀਂ ਦੱਸਦੇ ਹੋ ਮੈਂ ਆਪਣੇ ਆਪ ਨੂੰ ਭਗਤੀ ਕਰਨ ਵਾਲਾ ਆ, ਚਾਹੇ ਉਹ ਭੈਣ ਹੋਵੇ, ਭਰਾ ਹੋਵੇ, ਨੌਜਵਾਨ ਹੋਵੇ, ਬਜ਼ੁਰਗ ਹੋਵੇ। ਪਰ ਜੇ ਤੁਸੀਂ ਬੁਰੇ ਵਿਚਾਰ ਔਰ ਬੁਰੇ ਖਿਆਲਾਂ ਦੇ ਵਿੱਚ ਫਸੇ ਹੋਏ ਆ ਤੇ ਫਿਰ ਤੁਹਾਡੀ ਭਗਤੀ ਜਿਹੜੀ ਆ ਉਹ ਤੁਹਾਡੇ ਜੀਵਨ ਦੇ ਵਿੱਚੋਂ ਖਤਮ ਹੋ ਚੁੱਕੀ ਆ। ਔਰ ਬਾਈਬਲ ਬਾਰ-ਬਾਰ ਸਾਨੂੰ ਕੁਝ ਗੱਲਾਂ ਦੇ ਬਾਰੇ ਸਮਝਾ ਰਹੀ ਆ, ਹੈ ਨਾ। ਜੇ ਤੁਸੀਂ ਇੱਥੇ ਉਂਗਲੀ ਰੱਖ ਲਓ ਤੇ ਇੱਕ ਲਫ਼ਜ਼ ਆਪਾਂ ਥੋੜਾ ਹੋਰ ਪੜ੍ਹ ਲਈਏ। 141 ਜ਼ਬੂਰ, ਆਪਾਂ ਵਾਪਸ ਇੱਥੇ ਹੀ ਆਉਣਾ 12 ਜ਼ਬੂਰ ਚ। ਔਰ 141 ਜ਼ਬੂਰ ਦੇ ਵਿੱਚ ਦਾਊਦ ਜਿਹੜਾ ਆ ਕੀ ਕਹਿ ਰਿਹਾ ਹੈ, ਉਹਦਾ ਤੀਸਰਾ ਵਚਨ ਥੋੜਾ ਆਪਾਂ ਪੜ੍ਹ ਲਈਏ। हे यहोवा मेरे मुंह ते पहरा बिठा। ਵਾਹ ਜੀ ਵਾਹ। ਇੱਥੇ ਉਹ ਸਿਰੇ ਸਾਰੀ ਕੋਈ ਗੱਲ ਕਹਿ ਦਿੱਤੀ ਆ, हे यहोवा, ਯਾਨੀ ਕਿ ਖੁਦਾਵੰਦ ਪ੍ਰਭੂ ਪਰਮੇਸ਼ਵਰ ਮੇਰੇ ਮੂੰਹ ਦੇ ਉੱਤੇ ਪਹਿਰਾ ਬਿਠਾਵੇ। ਜੇ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਤਾਂ ਜਿੰਦਾ ਲਾ ਦਿੰਦੇ ਹੋ, ਤੇ ਪਹਿਰਾ ਬਿਠਾਉਣ ਦਾ ਮਤਲਬ ਆ ਆਪਣੀ ਜ਼ੁਬਾਨ ਨੂੰ ਜ਼ਿੰਦਾ ਲਾਉਣਾ, ਜਾਂ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਕਰਨਾ, ਜਾਂ ਆਪਣੇ ਮੂੰਹ ਦੇ ਉੱਤੇ ਕੰਟਰੋਲ ਕਰਨਾ, ਜਾਂ ਆਪਣੀ ਜੀਭ ਦੇ ਉੱਤੇ ਕੰਟਰੋਲ ਕਰਨਾ। ਤੇ ਮੈਂ ਅੱਜ ਯਾਕੂਬ ਦੇ ਖੱਤ ਦੇ ਵਿੱਚ ਨਹੀਂ ਜਾਣਾ। ਜੇ ਅਸੀਂ ਯਾਕੂਬ ਦੇ ਖੱਤ ਦੇ ਵਿੱਚ ਚਲੇ ਜਾਵਾਂਗੇ ਤੇ ਉੱਥੇ ਕੰਟਰੋਲ ਦੇ ਬਾਰੇ ਦੱਸਦਾ ਹੈ ਨਾ, ਪਰ ਆਪਾਂ ਉਧਰ ਨੂੰ ਨਹੀਂ ਜਾਣਾ। ਇਸੇ ਗੱਲ ਦੇ ਉੱਤੇ ਥੋੜਾ ਜਿਹਾ ਆਪਾਂ ਧਿਆਨ ਕਰਨਾ ਆ। हे यहोवा ਮੇਰੇ ਮੂੰਹ ਤੇ ਪਹਿਰਾ ਬਿਠਾ। ਅੱਗੇ, ਮੇਰੇ ਬੁੱਲਾਂ ਦੇ ਦਰ ਉੱਤੇ ਰਾਖਾ ਰੱਖ। ਮੇਰੇ ਬੁੱਲਾਂ ਦੇ ਦਰ ਉੱਤੇ ਰਾਖਾ ਰੱਖ। ਇਹਦਾ ਮਤਲਬ ਜਦ ਤੁਸੀਂ ਘਰੋਂ ਬਾਹਰ ਜਾਂਦੇ ਹੋ ਤੇ
ਆਪਣੇ ਘਰ ਨੂੰ ਲੌਕ ਕਰਦੇ ਹੋ ਤੇ ਉੱਥੇ ਤੁਸੀਂ ਰਾਖਾ ਬਿਠਾਉਂਦੇ ਆ ਲੌਕ। ਤੇ ਜੇ ਤੁਸੀਂ ਭਗਤੀ ਕਰਨ ਵਾਲੇ ਹੋ, ਪਰਮੇਸ਼ਵਰ ਦੀ ਆਰਾਧਨਾ ਕਰਨ ਵਾਲੇ ਹੋ, ਤੇ ਤੁਹਾਡੇ ਅੰਦਰ ਇੱਕ ਖਰਾ ਮਨ ਉਤਪੰਨ ਹੋਣਾ ਚਾਹੀਦਾ, ਤੁਹਾਡੇ ਅੰਦਰ ਇੱਕ ਖਰੇ ਵਿਚਾਰ ਉਤਪੰਨ ਹੋਣੇ ਚਾਹੀਦੇ ਆ, ਔਰ ਤੁਸੀਂ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨ ਵਾਲੇ ਹੋਣੇ ਚਾਹੀਦੇ ਆ। ਅਬ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰ ਰਹੇ, ਉਹ ਹੀ ਬੁਰੀਆਂ ਗੱਲਾਂ, ਬੁਰੇ ਵਿਚਾਰ ਤੁਹਾਡੇ ਅੰਦਰ ਆ, ਤੇ ਫਿਰ ਨਾ ਤਾਂ ਸਾਡਾ ਜੀਵਨ ਪਵਿੱਤਰ ਆ, ਤੇ ਨਾ ਸਾਡੇ ਹੋਂਠ ਪਵਿੱਤਰ ਆ, ਤੇ ਨਾ ਸਾਡੀ ਜ਼ੁਬਾਨ ਹੀ ਪਵਿੱਤਰ ਆ। ਥੋੜਾ ਧਿਆਨ ਕਰਕੇ ਦੇਖ ਲਓ, ਜਿਹੜੀਆਂ ਗੱਲਾਂ ਸਾਨੂੰ ਲੱਗਦੀਆਂ ਕਿ ਆ ਸਾਡੇ ਵਿੱਚ ਹੈਗੀਆਂ ਆ, ਜਦ ਵਚਨ ਨੂੰ ਮਨਾਦੀ ਕੀਤਾ ਜਾਂਦਾ ਆ, ਜਦ ਵਚਨ ਨੂੰ ਪ੍ਰਚਾਰ ਕੀਤਾ ਜਾਂਦਾ ਆ, ਔਰ ਜਦ ਸਾਨੂੰ ਲੱਗਦਾ ਕਿ ਆਹ ਕਮੀਆਂ ਸਾਡੇ ਵਿੱਚ ਆ, ਤੇ ਆਪਾਂ ਉਹਨਾਂ ਕਮੀਆਂ ਨੂੰ ਜਿਸ ਤਰ੍ਹਾਂ ਆਪਾਂ ਟਿਕ ਮਾਰਕ ਕਰਦੇ ਆ, ਟਿਕ ਮਾਰਕ ਕਰੀਏ, ਤੇ ਉਹਨਾਂ ਕਮੀਆਂ ਦੇ ਲਈ ਆਪਾਂ ਦੁਆ ਕਰੀਏ ਖੁਦਾ ਦੇ ਅੱਗੇ, ਪਰਮੇਸ਼ਵਰ ਆਹ ਕਮੀਆਂ ਮੇਰੇ ਅੰਦਰ ਆ, ਮੈਂ ਵਚਨ ਨੂੰ ਸੁਣ ਰਿਹਾ ਆ, ਆਹ ਕਮੀਆਂ ਮੇਰੇ ਅੰਦਰ ਆ, ਇਹਨਾਂ ਕਮੀਆਂ ਦੇ ਉੱਤੇ ਮੈਂ ਗੌਰ ਕਰਦਾ ਆ, ਤੇ ਪਰਮੇਸ਼ਵਰ ਇਹ ਕਮੀਆਂ ਨੂੰ ਮੈਂ ਕੱਢਦਾ ਆਪਣੇ ਵਿੱਚੋਂ, ਮੇਰੇ ਮੂੰਹ ਦੇ ਉੱਤੇ ਪੈਦਾ ਆ ਗਿਆ, ਮੇਰੇ ਅੰਦਰ ਇੱਕ ਖਰਾ ਮਨ ਉਤਪੰਨ ਕਰ, ਨਿੰਦਿਆ ਚੁਗਲੀ ਵਾਲਾ ਮੂੰਹ ਜਿਹੜਾ ਆ ਉਹ ਨਾ ਹੋਵੇ। ਫਿਰ ਉਸ ਤੋਂ ਉੱਪਰ ਆਪਾਂ ਮੇਰੇ ਅੰਦਰ ਜਿਹੜੇ ਬੁਰੇ ਵਿਚਾਰ ਉਤਪੰਨ ਹੋ ਰਹੇ ਆ, ਉਹ ਹੋ ਰਹੇ ਆ, ਤੇ ਉਹਨਾਂ ਨੂੰ ਦਫਨ ਕਰ। ਮੈਂ ਪਿਛਲੇ ਸਮੇਂ ਦੇ ਵਿੱਚ ਇੱਕ ਗੱਲ ਦੱਸੀ ਸੀਗੀ ਕਿ ਇੱਕ ਕਾਗਜ਼ ਦੇ ਉੱਤੇ ਬਹੁਤ ਕੁਝ ਲਿਖਿਆ ਹੋਵੇ, ਹੈ ਨਾ, ਅਗਰ ਉਸ ਨੂੰ ਇੱਕ ਸਟਿਕ ਮਾਚਿਸ ਦੀ ਦਿਖਾਈ ਜਾਵੇ, ਤੀਲੀ, ਤੇ ਉਹ ਸਭ ਕੁਝ ਜਲ ਕੇ ਰਾਖ ਹੋ ਜਾਂਦਾ। ਇਸੇ ਤਰ੍ਹਾਂ ਤੁਸੀਂ ਪਰਮੇਸ਼ਵਰ ਦੀ ਬਾਣੀ ਦੀ ਇੱਕ ਤੀਲ ਉਹਨੂੰ ਦਿਖਾਓ, ਤੇ ਬੁਰੀਆਂ ਗੱਲਾਂ ਨੂੰ ਜਲਾ ਕੇ ਰਾਖ ਕਰ ਦਿਓ, ਤਾਂ ਜੋ ਤੁਹਾਡੇ ਅੰਦਰ ਇੱਕ ਖਰਾ ਮਨ ਉਤਪੰਨ ਹੋ ਜਾਏ। ਕਦੀ ਕਦੀ ਤੁਸੀਂ ਦੇਖਦੇ ਕਿ ਤੁਹਾਡਾ ਮੋਬਾਈਲ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਬੁਰੇ ਡਾਟਾ ਹੁੰਦਾ ਹੈ ਜਾਂ ਬੁਰੀਆਂ ਗੱਲਾਂ ਹੁੰਦੀਆਂ ਆ, ਤੇ ਤੁਸੀਂ ਉਹਨੂੰ ਡਿਲੀਟ ਕਰ ਦਿੰਦੇ ਆ, ਔਰ ਫਿਰ ਡਿਲੀਟ ਵੀ ਨਾ ਹੋਵੇ ਤਾਂ ਇਹਦੇ ਤੋਂ ਉਤਲਾ ਕੰਮ ਕਰਦੇ ਆ, ਫਾਰਮੈਟ ਮਾਰ ਦਿੰਦੇ ਉਹਨੂੰ। ਫਾਰਮੈਟ ਮਾਰਨ ਦੇ ਨਾਲ ਉਹ ਸਾਰਾ ਹੀ ਡਾਟਾ ਖਤਮ ਹੋ ਜਾਂਦਾ। ਤੇ ਆਪਣੇ ਦਿਲ ਤੇ ਥੋੜਾ ਫਾਰਮੈਟ ਮਾਰੋ ਨਾ, ਆਪਣੇ ਸਰੀਰ ਦੇ ਉੱਤੇ ਥੋੜਾ ਫਾਰਮੈਟ ਮਾਰੋ ਨਾ, ਆਪਣੇ ਆਪ ਨੂੰ ਥੋੜਾ ਖੁਦਾ ਦੇ ਹੱਥ ਦੇ ਵਿੱਚ ਦੇ ਦਿਓ ਨਾ। ਔਰ ਜੇ ਤੁਸੀਂ ਆਪਣੇ ਆਪ ਨੂੰ ਖੁਦਾ ਦੇ ਹੱਥ ਦੇ ਵਿੱਚ ਦੇਵੋਗੇ, ਤੇ ਪਰਮੇਸ਼ਵਰ ਅੱਜ ਹੀ ਤੁਹਾਡੇ ਜੀਵਨ ਦੇ ਵਿੱਚ ਇੱਕ ਵਿਸ਼ੇਸ਼ ਬਰਕਤ ਦੇਵੇਗਾ, ਇੱਕ ਵਿਸ਼ੇਸ਼ ਅਨੁਗ੍ਰਹਿ ਤੁਹਾਡੇ ਉੱਤੇ ਦੇਵੇਗਾ, ਔਰ ਤੁਸੀਂ ਪਰਮੇਸ਼ਵਰ ਦੀ ਮਹਿਮਾ ਕਰਨ ਵਾਲੇ ਬਣੋਗੇ। ਆਮੀਨ, ਆਮੀਨ, ਹਾਲੇਲੂਇਆ, ਹਾਲੇਲੂਇਆ। ਹਾਂਜੀ, ਥੋੜਾ ਅੱਗੇ ਚਲੀਏ। ਮੇਰੇ ਦਿਲ ਨੂੰ ਕਿਸੇ ਬੁਰੀ ਗੱਲ ਵੱਲ ਨਾ ਮੋੜ। ਓ ਪ੍ਰੇਜ਼ ਦ ਲਾਰਡ, ਹਾਲੇਲੂਇਆ, ਹਾਲੇਲੂਇਆ। ਉਹ ਕਹਿ ਰਿਹਾ ਮੇਰੇ ਦਿਲ ਨੂੰ ਕਿਸੇ ਬੁਰੀ ਗੱਲ ਵੱਲ ਨਾ ਮੋੜ। ਉਤੋਂ ਅੱਗੇ, ਭਾਈ ਮੈਂ ਕੁਕਰਮੀਆਂ ਦੇ ਸੰਗ ਬੁਰੇ ਕੰਮ ਕਰਨ ਲੱਗ ਪਵਾਂ। ਭਾਈ ਮੈਂ ਕੁਕਰਮੀਆਂ ਦੇ ਸੰਗ ਬੁਰੇ ਕੰਮ ਕਰਨ ਲੱਗ ਪਵਾਂ। ਏਦਾਂ ਨਾ ਹੋਵੇ ਕਿ ਕਿਤੇ ਮੈਂ ਬੁਰਾਈ ਦੇ ਵਿੱਚ ਫਿਰ ਚਲੇ ਜਾਵਾਂ। ਮੈਂ ਜਿਸ ਪਾਪ ਚੋਂ ਨਿਕਲਿਆ ਸੀਗਾ, ਜਿਸ ਪਾਪ ਦੇ ਹੇਠਾਂ ਸੀਗਾ, ਮੈਂ ਉਸੇ ਪਾਪ ਦੇ ਹੇਠਾਂ ਚਲੇ ਜਾਵਾਂ। ਭਗਤੀ ਦਾ ਰੂਪ ਧਾਰਨ ਤਾਂ ਕਰ ਲਿਆ ਆ, ਭਗਤੀ ਦਾ ਚੋਲਾ ਵੀ ਪਾ ਲਿਆ ਆ, ਹਾਂਜੀ, ਭਗਤੀ ਵੱਲ ਨੂੰ ਵੀ ਤੁਰ ਪਏ ਆ, ਪਰ ਜੋ ਕੁਝ ਮਨੁੱਖ ਦੇ ਅੰਦਰੋਂ ਨਿਕਲਦਾ ਆ, ਸੋ ਉਹਨੂੰ ਭ੍ਰਿਸ਼ਟ ਕਰਦਾ ਹੈ। ਤੇ ਹੋ ਸਕਦਾ ਤੁਸੀਂ ਫਾਸਟਿੰਗ ਕਰਦੇ ਹੋ ਸਕਦਾ ਤੁਸੀਂ ਦਾਨ ਵੀ ਦਿੰਦੇ ਹੋ ਸਕਦਾ ਆ ਕਿ ਤੁਸੀਂ 3-3 4-4 ਘੰਟੇ ਪ੍ਰਾਰਥਨਾ ਵੀ ਕਰਦੇ ਹੋ, ਪਰ ਜੇ ਤੁਹਾਡੇ ਅੰਦਰ ਇੱਕ ਖਰਾ ਮਨ ਹੀ ਨਹੀਂ ਆ, ਜੇ ਤੁਹਾਡੇ ਅੰਦਰ ਇੱਕ ਖਰਾ ਵਿਚਾਰ ਹੀ ਨਹੀਂ ਆ, ਖਰੇ ਵਿਚਾਰ ਹੀ ਨਹੀਂ ਉਤਪੰਨ ਕਰਨੇ, ਬਲਕਿ ਖਰੇ ਰਾਹਾਂ ਦੇ ਉੱਤੇ ਤੁਰਨਾ ਆ, ਔਰ ਉਹਨਾਂ ਖਰੇ ਰਾਹਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਕਰਨਾ ਹੈ। ਪਤਾ ਨਹੀਂ ਅਸੀਂ ਕੀ ਬੋਲਦੇ ਰਹਿੰਦੇ ਆ, ਕੀ ਸੋਚਦੇ ਰਹਿੰਦੇ ਆ, ਕੀ ਕਰਦੇ ਰਹਿੰਦੇ ਆ, ਹੈ ਨਾ। ਤੁਸੀਂ ਦੂਸਰਿਆਂ ਦੇ ਪ੍ਰਤੀ ਥੋੜਾ ਘੱਟ ਸੋਚੋ, ਆਪਣੇ ਬਾਰੇ ਵੱਧ ਸੋਚੋ, ਆਪਣੀ ਸੰਤਾਨ ਦੇ ਬਾਰੇ ਵੱਧ ਸੋਚੋ, ਹੈ ਨਾ। ਆਪਣੇ ਆਪ ਦੇ ਬਾਰੇ ਥੋੜਾ ਧਿਆਨ ਕਰੋ
ਹੈ ਨਾ। ਪਿਛਲੇ ਸਮਾਚਾਰ ਦੇ ਵਿੱਚ ਮੈਂ ਦੱਸਿਆ ਸੀਗਾ ਕਿ ਆਪਣੀ ਅੱਖ ਦੇ ਵਿੱਚੋਂ ਸਤੀਰ ਕੱਢ, ਫਿਰ ਦੂਜੇ ਦੀ ਅੱਖ ਦਾ ਕੱਖ ਕੱਢੀ, ਹੈ ਨਾ। ਪਹਿਲੋਂ ਖੁਦ ਠੀਕ ਹੋ ਜਾ। ਜੇ ਕੋਈ ਪੁੱਛ ਲਵੇ ਤੁਹਾਨੂੰ ਕੌਣ ਆ ਤੁਸੀਂ, ਮੈਂ ਜੀ ਤੌਬਾ ਕਰ ਲਈ, ਮੈਂ ਬਪਤਿਸਮਾ ਲੈ ਲਿਆ, ਮੈਂ ਮਸੀਹ ਆ। ਜੇ ਮਸੀਹ ਆ ਤੇ ਮਸੀਹ ਵਾਲੇ ਕੰਮ ਵੀ ਤੁਹਾਡੇ ਅੰਦਰ ਹੋਣੇ ਚਾਹੀਦੇ ਆ। ਜੇ ਤੁਸੀਂ ਮਸੀਹ ਆ ਤਾਂ ਮਸੀਹ ਤੁਹਾਡੇ ਵਿੱਚ ਨਜ਼ਰ ਵੀ ਹੋਣਾ ਚਾਹੀਦਾ ਆ। ਔਰ ਮੈਂ ਇਸ 4 ਆਇਤ ਨੂੰ ਫਿਰ ਦੁਬਾਰਾ ਰਿਮੈਂਬਰ ਕਰ ਰਿਹਾ ਆ। ਔਰ ਇੱਥੇ ਦੇਖੋ ਬੜੀ ਇੰਪੋਰਟੈਂਟ ਗੱਲ ਆ, ਮੇਰੇ ਦਿਲ ਨੂੰ, ਹਾਂਜੀ, ਮੇਰੇ ਦਿਲ ਨੂੰ ਕਿਸੇ ਬੁਰੀ ਗੱਲ ਵੱਲ ਨਾ ਮੋੜ, ਮੇਰੇ ਦਿਲ ਨੂੰ ਕਿਸੇ ਬੁਰੀ ਗੱਲ ਵੱਲ ਨਾ ਮੋੜ। ਇਹਦਾ ਮਤਲਬ ਕਿ ਪਰਮੇਸ਼ਵਰ ਮੇਰੇ ਦਿਲ ਦੇ ਉੱਤੇ ਕੰਟਰੋਲ ਕਰ, ਮੇਰੇ ਸਰੀਰ ਦੇ ਉੱਤੇ ਕੰਟਰੋਲ ਕਰ, ਮੇਰੀ ਜ਼ੁਬਾਨ ਦੇ ਉੱਤੇ ਕੰਟਰੋਲ ਕਰ, ਮੇਰੀਆਂ ਅੱਖਾਂ ਦੇ ਉੱਤੇ ਕੰਟਰੋਲ ਕਰ, ਮੇਰੇ ਪੈਰਾਂ ਦੇ ਉੱਤੇ ਕੰਟਰੋਲ ਕਰ, ਮੇਰੇ ਸੋਚ ਔਰ ਵਿਚਾਰ ਦੇ ਉੱਤੇ ਕੰਟਰੋਲ ਕਰ, ਕਿਉਂਕਿ ਤੂੰ ਮੇਰਾ ਕੰਟਰੋਲਰ ਹੈ। ਪਰਮੇਸ਼ਵਰ ਕੌਣ ਹੈ ਜੀ? ਸਾਡਾ ਕੰਟਰੋਲਰ। ਜੇ ਉਹ ਕੰਟਰੋਲਰ ਉਹਨੂੰ ਬਣਾਓਗੇ ਤੁਸੀਂ, ਸ਼ਬਦ ਨੂੰ ਆਪਣਾ ਕੰਟਰੋਲਰ ਬਣਾਓਗੇ ਤੁਸੀਂ, ਤੇ ਫਿਰ ਗੁਨਾਹ ਦੇ ਵਿੱਚ ਪੈਰ ਨਹੀਂ ਰੱਖੋਗੇ। ਫਿਰ ਤੁਹਾਡੇ ਅੰਦਰੋਂ ਜੋ ਵਿਚਾਰ ਉਤਪੰਨ ਕਰ ਹੁੰਦੇ ਆ ਉਹਨਾਂ ਨੂੰ ਉੱਥੇ ਹੀ ਖਤਮ ਕਰੋ। ਕਿਉਂਕਿ ਤੁਸੀਂ ਕੌਣ ਹੋ? ਤੁਸੀਂ ਤਾਂ ਭਗਤੀ ਕਰਨ ਵਾਲੇ ਹੋ, ਤੁਸੀਂ ਪਰਮੇਸ਼ਵਰ ਦੀ ਵਡਿਆਈ ਕਰਨ ਵਾਲੇ ਹੋ, ਪਰਮੇਸ਼ਵਰ ਨੂੰ ਮਹਿਮਾ ਦੇਣ ਵਾਲੇ ਹੋ। ਤੁਸੀਂ ਉਸ ਕੰਮ ਨੂੰ ਕਿਉਂ ਕਰੋ? ਇੱਕ ਚੋਰ ਆ ਤੇ ਤੁਸੀਂ ਵੀ ਚੋਰੀ ਕਰਨ ਲੱਗ ਪਵੋਗੇ। ਅਗਰ ਇੱਕ ਜੇਬ ਕਤਰਾ ਤੁਹਾਡੀ ਜੇਬ ਕੱਟ ਲੈਂਦਾ ਆ ਤੇ ਕੀ ਤੁਸੀਂ ਵੀ ਜੇਬ ਕੱਟਣੀ ਸ਼ੁਰੂ ਕਰੋਗੇ? ਆਪਣਾ ਘਾਟਾ ਉੱਥੇ ਪੂਰਾ ਕਰੋਗੇ? ਬਾਈਬਲ ਬਹੁਤ ਸਾਫ਼ ਦੱਸਦੀ ਆ, ਜੇ ਤੇਰਾ ਕੋਈ ਕੁਰਤਾ ਲੈਂਦਾ ਆ ਤੇ ਉਹਨੂੰ ਚਾਦਰ ਵੀ ਦੇ ਦੇ। ਪਰ ਬੜੀ ਔਖੀ ਗੱਲ ਆ। ਬਾਈਬਲ ਦੀਆਂ ਗੱਲਾਂ ਬਹੁਤ ਸੌਖੀਆਂ ਨਹੀਂ, ਬਹੁਤ ਔਖੀਆਂ ਆ। ਤੇ ਇਸ ਗੱਲ ਦੇ ਉੱਤੇ ਥੋੜਾ ਧਿਆਨ ਕਰੋ। ਜੇ ਤੇਰੀ ਉਹਨ ਚਾਦਰ ਚੁਰਾ ਲਈ ਆ ਤੇ ਉਹਨੂੰ ਕੁਰਤਾ ਵੀ ਦੇ ਦੇ, ਚਾਹ ਪਾਈ ਲੈ ਜਾ, ਕਿਉਂਕਿ ਪਰਮੇਸ਼ਵਰ ਦੇਣ ਵਾਲਾ ਹੈ, ਲੈਣ ਵਾਲਾ ਨਹੀਂ ਹੈ। ਤੇ ਤੁਸੀਂ ਪਰਮੇਸ਼ਵਰ ਦੇ ਸ਼ਿਸ਼ ਹੋ, ਤੁਸੀਂ ਪਰਮੇਸ਼ਵਰ ਦੇ ਬੇਟੇ ਔਰ ਬੇਟੀਆਂ ਆ, ਹੈ ਨਾ। ਔਰ ਦਾਊਦ ਇਸੇ ਲਈ ਕਹਿ ਰਿਹਾ ਆ, ਮੇਰੇ ਦਿਲ ਦੇ ਉੱਤੇ ਪੈਰ ਪਾ ਬਿਠਾ ਦੇ। ਉਹ ਤੋਂ ਅੱਗੇ ਵੀ ਚਲੋ ਜਰਾ ਥੋੜਾ। ਭਾਈ ਮੈਂ ਕੁਕਰਮੀਆਂ ਦੇ ਸੰਗ ਬੁਰੇ ਕੰਮ ਕਰਨ ਲੱਗ ਪਵਾਂ, ਮੈਂ ਕੁਕਰਮੀਆਂ ਦੇ ਸੰਗ ਬੁਰੇ ਕੰਮ ਕਰਨ ਲੱਗ ਪਵਾਂ। ਉਹਨਾਂ ਦੇ ਚਾਲ ਢਾਲ ਨੂੰ ਦੇਖ ਕੇ, ਉਹਨਾਂ ਦੇ ਕੰਮਾਂ ਨੂੰ ਵੇਖ ਕੇ, ਹੈ ਨਾ। ਫਿਰ ਤੌਬਾ ਕਰਨ ਦਾ, ਬਪਤਿਸਮਾ ਲੈਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੋਇਆ। ਪ੍ਰਭੂ ਦੀ ਵਡਿਆਈ ਕਰਨ ਦਾ ਤਾਂ ਫਾਇਦਾ ਹੀ ਨਾ ਹੋਇਆ ਕੋਈ। ਉਹਦੇ ਮਗਰ ਚੱਲਣ ਦਾ ਤਾਂ ਕੋਈ ਫਾਇਦਾ ਹੀ ਨਾ ਹੋਇਆ ਕੋਈ ਹੋਇਆ ਫਾਇਦਾ ਫਿਰ ਪ੍ਰਭੂ ਦੇ ਮਗਰ ਚੱਲਣ ਦਾ? ਜੇ ਤੁਸੀਂ ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਵਰਗੇ ਕੰਮ ਕਰਨੇ ਆ ਤੇ ਫਿਰ ਪ੍ਰਭੂ ਦੇ ਮਗਰ ਚੱਲਣ ਦਾ ਕੋਈ ਫਾਇਦਾ ਨਹੀਂ ਆ, ਕੋਈ ਲਾਭ ਨਹੀਂ ਆ, ਹੈ ਨਾ। ਜਿਸ ਸੰਸਾਰ ਦੇ ਲੋਕ ਗਾਲੀਆਂ ਦਿੰਦੇ, ਤੁਸੀਂ ਵੀ ਗਾਲੀਆਂ ਦਓਗੇ। ਜਿਸ ਸੰਸਾਰ ਦੇ ਲੋਕ ਝੂਠ ਬੋਲਦੇ ਤਾਂ ਤੁਸੀਂ ਵੀ ਝੂਠ ਬੋਲੋਗੇ। ਜਦ ਤੱਕ ਤੁਸੀਂ ਇਹਨਾਂ ਚੀਜ਼ਾਂ ਤੋਂ ਪਿੱਛੇ ਨਹੀਂ ਹਟ ਜਾਂਦੇ, ਉਹਨਾਂ ਚਿਰ ਪਵਿੱਤਰ ਆਤਮਾ ਤੁਹਾਡੇ ਚ ਕੰਮ ਨਹੀਂ ਕਰਦਾ। ਇਹਨਾਂ ਤੋਂ ਪਿੱਛੇ ਹਟ ਜਾਓ। ਕੋਈ ਤੁਹਾਡੇ ਪ੍ਰਤੀ ਕੀ ਸੋਚਦਾ ਉਹਨੂੰ ਸੋਚਣ ਦਿਓ। ਤੁਸੀਂ ਪਰਮੇਸ਼ਵਰ ਦੇ ਬਾਰੇ ਸੋਚਣਾ ਹੈ, ਤੁਸੀਂ ਪਰਮੇਸ਼ਵਰ ਦੇ ਉੱਤੇ ਆਪਣਾ ਧਿਆਨ ਕਰਨਾ ਹੈ। ਔਰ ਦਾਊਦ ਇੱਥੇ ਇਹੋ ਹੀ ਗੱਲ ਦੱਸ ਰਿਹਾ ਹੈ। ਹਾਂਜੀ, ਉਹਨਾਂ ਦੇ ਸਵਾਦਲੇ ਭੋਜਨ ਤੋਂ ਖਾਣ ਨਾ ਦੇ, ਮੈਨੂੰ ਉਹਨਾਂ ਦੇ ਸਵਾਦਲੇ ਭੋਜਨ ਤੋਂ ਖਾਣ ਨਾ ਦੇ। ਆ ਬੜੀ ਵਧੀਆ ਗੱਲ ਇੱਥੇ ਲਿਖੀ ਹੋਈ ਆ, ਮੈਨੂੰ ਉਹਨਾਂ ਦੇ ਸਵਾਦਲੇ ਭੋਜਨ ਤੋਂ ਖਾਣ ਨਾ ਦੇ। ਜਾਨੀ ਕਿ ਸੰਸਾਰ ਦੀ ਬੁਰਾਈ ਦੀਆਂ ਗੱਲਾਂ ਮੇਰੇ ਮੂੰਹ ਤੋਂ, ਮੇਰੀ ਜ਼ੁਬਾਨ ਤੋਂ, ਮੇਰੇ ਬੁੱਲਾਂ ਤੋਂ ਨਾ ਹੋਣ, ਮੇਰੇ ਸਰੀਰ ਤੋਂ ਨਾ ਹੋਣ। ਹਾਂਜੀ, ਥੋੜਾ ਜਿਹਾ ਅੱਗੇ ਹੋਰ ਵੱਧੀਏ। ਧਰਮੀ ਮੈਨੂੰ ਮਾਰੇ ਉਹਦੀ ਦਇਆ ਹੈ, ਧਰਮੀ ਮੈਨੂੰ ਮਾਰੇ ਤੇ ਉਹਦੀ ਕੀ ਆ ਜੀ? ਦਇਆ। ਪਰ ਜੇ ਅੱਜ ਇੱਕ ਪਾਸਟਰ ਮਾੜਾ ਜਿਹਾ ਝਿੜਕ ਦੇਵੇ, ਹਾਂਜੀ, ਤੇ ਅਸੀਂ ਆਪਣੇ ਆਪੇ ਤਾਪੇ ਚੋਂ ਬਾਹਰ ਹੋ ਜਾਂਦੇ ਹਾਂ, ਹੈ ਨਾ। ਇਹਨੂੰ ਜ਼ਿਆਦਾ ਪਤਾ ਹੈ, ਇਹਨੂੰ ਜ਼ਿਆਦਾ ਆਉਂਦਾ ਹੈ, ਹਾਂਜੀ। ਪਰ ਇੱਥੇ ਕੀ ਲਿਖਿਆ ਆ? ਦਾਊਦ ਕਹਿ ਰਿਹਾ, ਧਰਮੀ ਮੈਨੂੰ ਮਾਰੇ ਤੇ ਉਹਦੀ ਦਇਆ ਹੈ। ਉਹ ਮੈਨੂੰ ਦਬਕਾਵੇ, ਉਹ ਮੈਨੂੰ ਦਬਕਾਵੇ, ਉਹ ਸਿਰ ਲਈ ਤੇਲ ਹੈ, ਉਹ ਸਿਰ ਦੇ ਲਈ ਤੇਲ ਹੈ। ਇੱਕ ਧਰਮੀ ਮੈਨੂੰ ਝਿੜਕ ਦੇਵੇ ਜਾਂ ਇੱਕ ਧਰਮੀ ਮੈਨੂੰ ਮਾਰਗ ਦਾ
ਦਰਸ਼ਨ ਕਰਵਾ ਦੇਵੇ ਤੇ ਉਹ ਮੇਰੇ ਸਿਰ ਦੇ ਵਿੱਚ ਜਿੱਦਾਂ ਤੇਲ ਝੱਸਣ ਦੇ ਮਨ ਦਿਆ ਉਹਦੇ ਸਮਾਨ ਆ। ਉਹ ਤੋਂ ਅਗਲਾ ਲਫ਼ਜ਼, ਉਹਨਾਂ ਦੀਆਂ ਬੁਰਾਈਆਂ ਵਿੱਚ ਵੀ ਮੇਰੀ ਪ੍ਰਾਰਥਨਾ ਹੁੰਦੀ ਰਹੇਗੀ। ਉਹਨਾਂ ਦੀਆਂ ਬੁਰਾਈਆਂ ਵਿੱਚ ਵੀ ਮੇਰੀ ਪ੍ਰਾਰਥਨਾ ਹੁੰਦੀ ਰਹੇਗੀ। ਆਮੀਨ। ਜਾਨੀ ਕਿ ਕੋਈ ਤੁਹਾਡੇ ਉੱਤੇ ਅਤਿਆਚਾਰ ਕਰੇ, ਕੋਈ ਤੁਹਾਨੂੰ ਦੁੱਖ ਪਹੁੰਚਾਵੇ, ਕੋਈ ਤੁਹਾਨੂੰ ਮੁਸ਼ਕਿਲ ਪਹੁੰਚਾਵੇ, ਉਹਨੇ ਪਰਮੇਸ਼ਵਰ ਦੀ ਪ੍ਰਸ਼ੰਸਾ ਕਰਦੇ ਰਹਿਣਾ ਚਾਹੀਦਾ। ਵਾਪਸ ਆਪਾਂ ਦੇਖੀਏ ਜਰਾ ਆਪਣੇ 12ਵੇਂ ਜ਼ਬੂਰ ਦੇ ਵਿੱਚ ਉਹ ਕੀ ਕਹਿੰਦਾ ਆ, हे यहोवा बचा ले क्यों जो भगत मुक गए ਹਨ। हे यहोवा बचा ला क्योंकि भगत मुक गए ਹਨ। ਅਤੇ ਆਦਮੀ ਦੀ ਸੰਤਾਨ ਵਿੱਚੋਂ ਇਮਾਨਦਾਰ ਜਾਂਦੇ ਰਹੇ ਆਦਮੀ ਦੀ ਹਨ। ਸੰਤਾਨ ਦੇ ਵਿੱਚੋਂ ਯਾਨੀ ਕਿ ਇਨਸਾਨਾਂ ਦੇ ਵਿੱਚੋਂ, ਭਗਤਾਂ ਦੇ ਵਿੱਚੋਂ ਇਮਾਨਦਾਰ ਜਾਂਦੇ ਰਹੇ। ਉਹ ਇੱਕ ਦੂਜੇ ਨਾਲ ਝੂਠ ਬੋਲਦੇ ਹਨ। ਇੱਕ ਦੂਏ ਨਾਲ ਕੀ ਬੋਲਦੇ ਆ ਜੀ? ਝੂਠ ਬੋਲ। ਰੱਜ ਕੇ ਝੂਠ ਬੋਲਦੇ ਆ। ਤੇ ਫੇਰ ਕੀ ਕਹਿੰਦੇ ਆ? ਅਸੀਂ ਭਗਦੇ ਆ। ਫੇਰ ਕੀ ਕਹਿੰਦੇ? ਮੈਂ ਮਸੀਹ ਆ। ਉਹ ਬਈ ਤੋਬਾ ਕੀਤੇ, ਬਪਤਿਸਮਾ ਲੈ ਹੋਏ, ਹੈਨਾ। ਉਹ ਆਪਣੇ ਮਾਂ-ਬਾਪ ਨਾਲ ਵੀ ਝੂਠ ਬੋਲਦੇ ਆ, ਉਹ ਆਪਣੇ ਭੈਣ ਭਰਾਵਾਂ ਨਾਲ ਵੀ ਝੂਠ ਬੋਲਦੇ ਆ, ਹਾਂਜੀ। ਤੇ ਮਸੀਹ ਲੋਕਾਂ ਨਾਲ ਵੀ ਝੂਠ ਬੋਲਦੇ ਆ, ਉਹ ਸੇਵਕਾਂ ਨਾਲ ਵੀ ਝੂਠ ਬੋਲਦੇ ਆ, ਤੇ ਸੇਵਕ ਵੀ ਉਹਨਾਂ ਨਾਲ ਝੂਠ ਬੋਲਦੇ ਆ। ਇਸ ਗੱਲ ਦੇ ਉੱਤੇ ਥੋੜਾ ਜਿਹਾ ਧਿਆਨ ਕਰ ਲਓ। ਰਿਮੈਂਬਰ ਕਰ ਬੇਟਾ ਜਰਾ, ਉਹ ਇੱਕ ਦੂਜੇ ਨਾਲ ਝੂਠ ਬੋਲਦੇ ਹਨ। ਉਹ ਇੱਕ ਦੂਜੇ ਨਾਲ ਝੂਠ ਬੋਲਦੇ, ਗੱਲਾਂ ਬਹੁਤ ਬਣਾਉਂਦੇ ਆ, ਦੱਸਦੇ ਬਹੁਤ ਆ। ਉਹ ਇੱਕ ਦੂਜੇ ਨਾਲ ਕੀ ਬੋਲਦੇ ਆ ਜੀ? ਝੂਠ ਬੋਲਦੇ। ਝੂਠ ਬੋਲਦੇ ਆ। ਤੇ ਬਾਈਬਲ ਇਸ ਤਰ੍ਹਾਂ ਬਿਆਨ ਕਰ ਰਹੀ ਆ, ਮੇਰੇ ਮੂੰਹ ਦੇ ਉੱਤੇ ਕੀ ਬਿਠਾ ਦੇ? ਪੈਰ ਬਾਹਰ ਉੱਤੋਂ ਅੱਗੇ। ਅਤੇ ਚੋਪੜੇ ਬੁੱਲਾ ਅਤੇ ਦੋ ਦਿਲੀ ਨਾਲ ਗੱਲਾਂ ਕਰਦੇ ਹਨ। ਚੋਪੜੇ ਬੁੱਲਾਂ ਨਾਲ ਔਰ ਦੋ ਦਿਲ ਦੇ ਨਾਲ ਗੱਲਾਂ ਕਰਦੇ ਆ, ਹੈਨਾ। ਔਰ ਇਧਰਲੀ ਵੀ ਗੱਲ ਨੂੰ ਰੱਖ ਲੈਂਦੇ ਤਾਂ ਇਧਰਲੀ ਨੂੰ ਵੀ ਰੱਖ ਲੈਂਦੇ ਆ। ਉਹ ਦੋ ਦਿਲੀ ਦੇ ਨਾਲ ਕੀ ਕਰਦੇ ਆ? ਗੱਲਾਂ ਕਰਦੇ ਆ। ਸਾਡਾ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਝੁਕਣਾ ਇੱਕ ਆਸ਼ੀਸ਼ ਦਾ ਕਾਰਨ ਬਣ ਜਾਏ। ਜੋ ਸਾਡੀ ਜ਼ਿੰਦਗੀ ਦੇ ਵਿੱਚ ਕਮੀਆਂ ਆ ਉਹਨਾਂ ਨੂੰ ਬਾਹਰ ਕੱਢ ਦਿੰਦੇ। ਜੇ ਥੋੜਾ ਜਿਹਾ ਸਮੇਂ ਅਸੀਂ ਅਲੱਗ ਕੀਤਾ ਆ, ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬੈਠੇ ਆ, ਤੇ ਇਹਨਾਂ ਗੱਲਾਂ ਦੇ ਉੱਤੇ ਥੋੜਾ ਜਿਹਾ ਸਮੇਂ ਧਿਆਨ ਕਰ। ਮੈਂ ਤੁਹਾਡੀ ਦੁਆ ਕਰਾਂ ਕਿ ਤੁਸੀਂ ਆਸ਼ੀਸ਼ਿਤ ਹੋ, ਇਸ ਵਚਨ ਦੇ ਨਾਲ ਬਲੈਸ ਹੋ ਜਾਓ। ਪ੍ਰਭੂ ਜੀ, ਮੈਂ ਤੇਰੇ ਸੇਵਕ ਹੁੰਦੇ ਹੋਏ, ਤੇਰੇ ਬੇਟੇ ਬੇਟੀਆਂ ਤੇਰੀ ਦੁਆ ਕਰਦਾ, ਉਹ ਬਲੈਸ ਹੋ ਜਾਓ। ਆਮੀਨ।